ਮਹਿਤਾ ਸਾਇੰਸ ਮਿਸਟਰਸ GS ਸਲੋਗੜ। ਅੱਜ ਤੁਹਾਨੂੰ ਕਰਾ ਰਹੇ ਆ ਓਮ ਲਾ। ਠੀਕ ਹੈ, ਲੈਸਨ ਨੰਬਰ 12 ਹੈ ਇਲੈਕਟ੍ਰੀਸਿਟੀ ਬਿਜਲੀ ਤੇ ਦੇ ਬਾਰੇ। ਓਮ ਲਾ ਮੋਨਿਕਾ ਮਹਿਤਾ। ਓਮ ਲਾ ਦੇ ਵਿੱਚ ਜਿਵੇਂ ਕਿ ਡਾਇਗਰਾਮ 'ਚ ਦਿਖਾਇਆ ਤਾਂ ਇਹਦੇ ਵਿੱਚ ਰਿਲੇਸ਼ਨਸ਼ਿਪ ਹੈਗਾ ਕਰੰਟ, ਵੋਲਟੇਜ ਤੇ ਰਜਿਸਟੈਂਸ ਦਾ। ਲੈਟਸ ਸਟੱਡੀ ਅਬਾਊਟ ਦੀ ਓਮ ਲਾ। ਇਸ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਇੱਕ ਸਰਕਟ ਦੇਖਦੇ ਹੈਗੇ ਆ, ਸਿੰਪਲ ਇਲੈਕਟ੍ਰੀਕਲ ਸਰਕਟ। ਇਸ ਦੇ ਵਿੱਚ ਅਸੀਂ ਕੀ ਹੈ, ਇੱਕ ਬੈਟਰੀ ਲਗਾਈ ਹੈ, ਪਲੱਸ ਤੇ ਮਾਈਨਸ ਟਰਮੀਨਲ ਹੈਗੇ ਉਹਦੇ, ਔਰ ਇੱਕ ਉਹਦੇ ਨਾਲ ਬੱਲਬ ਅਟੈਚ ਕੀਤਾ ਥਰੂ ਦੀ ਕਾਪਰ ਵਾਇਰ। ਠੀਕ ਹੈ, ਤਾਂ ਤੁਸੀਂ ਦੇਖ ਸਕਦੇ ਹੋ ਕਿ ਫਲੋ ਆਫ ਇਲੈਕਟ੍ਰੋਨਸ ਹੋ ਰਿਹਾ ਹੈਗਾ ਪੋਜ਼ੀਟਿਵ ਟੂ ਨੈਗੇਟਿਵ। ਤਾਂ ਇੱਦਾਂ ਸਰਕਟ ਪੂਰਾ ਹੁੰਦਾ ਜਿਸ ਦੇ ਕਰਕੇ ਬੱਲਬ ਕੀ ਹੈ, ਗਲੋ ਕਰਦਾ ਹੈ। ਇਹ ਇੱਕ ਸਿੰਪਲ ਸਰਕਟ ਹੈ ਜਿਹੜਾ ਕਿ ਤੁਸੀਂ 6ਵੀਂ ਕਲਾਸ 'ਚ ਵੀ ਬਣਾਉਂਦੇ ਰਹੇ ਹੋ। ਇਸ ਨੂੰ ਹੋਰ ਇਲੈਬੋਰੇਟ ਕਰਨ ਲਈ ਅਸੀਂ ਇਹਦੇ ਵਿੱਚ ਇੱਕ ਸਵਿੱਚ ਲਗਾ ਦਿੰਦੇ ਹਾਂ। ਜਦੋਂ ਅਸੀਂ ਸਵਿੱਚ ਨੂੰ ਔਨ ਆਫ ਕਰਦੇ ਹੈਗੇ ਆ ਤਾਂ ਇਹਦੇ ਵਿੱਚੋਂ ਕੀ ਜਾਏਗਾ, ਕਰੰਟ ਜਾਏਗਾ। ਅਗਰ ਆਫ ਕਰ ਦਿੰਦੇ ਹਾਂ ਤਾਂ ਕਰੰਟ ਨਹੀਂ ਜਾਏਗਾ। ਹੁਣ ਇਹਦੇ ਵਿੱਚ ਅਸੀਂ ਦੋ ਰਜਿਸਟੈਂਸ ਲਗਾਏ ਆ, ਇੱਕ ਐਮੀਟਰ। ਠੀਕ ਹੈ, ਤਾਂ ਕਿ ਕਿੰਨਾ ਕਰੰਟ ਫਲੋ ਹੋ ਰਿਹਾ ਤਾਰ ਦੇ ਵਿੱਚੋਂ ਉਸ ਨੂੰ ਸਟੱਡੀ ਕਰਨ ਲਈ ਅਸੀਂ ਕੀ ਕੀਤਾ ਹੈਗਾ, ਇੱਕ ਤਾਰ ਦੇ ਵਿੱਚੋਂ ਇੱਕ ਐਮੀਟਰ ਲਾਇਆ। ਐਮੀਟਰ ਨੂੰ ਸੀਰੀਜ਼ 'ਚ ਲਗਾਉਂਦੇ ਹਾਂ, ਇਹ ਕਰੰਟ ਦੀ ਰੀਡਿੰਗ ਦਿੰਦਾ ਹੈ। ਔਰ ਦੋ ਰਜਿਸਟੈਂਸ ਲਾਇਆ 1 ਓਮ ਦੇ, ਬੈਟਰੀ ਕਿੰਨੀ ਹੈ 1.5 ਵੋਲਟ ਦੀ। ਇਹ ਸਾਰਾ ਇੱਕ ਸਿੰਪਲ ਸਰਕਟ ਡਾਇਗਰਾਮ ਹੈਗੀ ਹੈ। ਲੈਟਸ ਮੇਕ ਅਨਦਰ ਸਰਕਟ ਡਾਇਗਰਾਮ। ਬੈਟਰੀ ਦੇ ਨਾਲ ਜੋ ਹੈ ਸਵਿੱਚ ਲਗਾਇਆ, ਰਜਿਸਟੈਂਸ ਕੀ ਹੈ, ਇੱਕ ਪ੍ਰਤੀਰੋਧ ਹੁੰਦਾ ਜਿਹੜਾ ਕਿ ਕਰੰਟ ਦੇ ਫਲੋ ਨੂੰ ਰੋਕਦਾ ਹੈਗਾ। ਜਦੋਂ ਸਵਿੱਚ ਨੂੰ ਔਨ ਕੀਤਾ ਜਾਂਦਾ ਤਾਂ ਬੱਲਬ ਕੀ ਹੈ, ਜਗ ਜਾਂਦਾ ਹੈ। ਅਗਰ ਸਵਿੱਚ ਨੂੰ ਅਸੀਂ ਆਫ ਕਰਦੇ ਹਾਂ ਤਾਂ ਬੱਲਬ ਕੀ ਹੈ, ਨਹੀਂ ਜਗੇਗਾ। ਇੱਕ ਰਜਿਸਟੈਂਸ ਲਗਾਇਆ, ਠੀਕ ਹੈ, ਇਹਦੇ ਵਿੱਚ ਤਾਂ ਰਜਿਸਟੈਂਸ ਦਾ ਕੰਮ ਕੀ ਹੈ, ਕਰੰਟ ਨੂੰ ਘਟਾਉਣਾ ਜਾਂ ਵਧਾਉਣਾ। ਜੇ ਰਜਿਸਟੈਂਸ ਜ਼ਿਆਦਾ ਹੋਏਗਾ ਤਾਂ ਕਰੰਟ ਕੀ ਹੈ, ਪ੍ਰਤੀਰੋਧ ਘੱਟ ਫਲੋ ਕਰੇਗਾ। ਠੀਕ ਹੈ, ਤਾਂ ਰਜਿਸਟੈਂਸ ਦੀ ਯੂਜ਼ ਉੱਥੇ ਕੀਤੀ ਜਾਂਦੀ ਹੈ ਜਿੱਥੇ ਨਿਸ਼ਚਿਤ ਮਤਲਬ ਮੇਅਰਡ ਕਰੰਟ ਪਹੁੰਚਾਉਣਾ ਹੈਗਾ ਤੁਸੀਂ ਕਿਸੇ ਸੋਰਸ ਨੂੰ, ਜਿੰਨਾ ਉਹਨੂੰ ਚਾਹੀਦਾ ਹੈਗਾ। ਤਾਂ ਇਹ ਜੋ ਹੈ ਡਾਇਗਰਾਮ ਤੁਸੀਂ ਦੇਖ ਸਕਦੇ ਹੋ। ਐਮੀਟਰ ਲਗਾਇਆ, ਐਮੀਟਰ ਕਰੰਟ ਨੂੰ ਮੇਜ਼ਰ ਕਰੇਗਾ। ਅਸੀਂ ਰਜਿਸਟੈਂਸ ਨੂੰ ਘਟਾ ਵਧਾ ਸਕਦੇ ਹਾਂ ਤਾਂ ਕਿ ਰੀਡਿੰਗ ਜਿੰਨਾ ਕਰੰਟ ਸਾਨੂੰ ਚਾਹੀਦਾ ਤਾਂ ਉਹਨੂੰ ਰਜਿਸਟੈਂਸ ਨੂੰ ਐਡਜਸਟ ਕਰਕੇ ਤੁਸੀਂ ਕਰੰਟ ਵਧਾ ਸਕਦੇ ਹੋ। ਪ੍ਰਤੀਰੋਧ ਕਹਿੰਦੇ ਆ ਇਹਨੂੰ। ਠੀਕ ਹੈ, ਦੁਬਾਰਾ ਫਿਰ ਇਹ ਪਹਿਲਾਂ ਸ਼ੁਰੂ 'ਚ ਅਸੀਂ ਸਿੰਪਲ ਸਰਕਟ ਲਗਾਏ ਹੈਗੇ ਆ ਤਾਂ ਕਿ ਤੁਸੀਂ ਅੰਡਰਸਟੈਂਡ ਕਰ ਸਕੋ। ਇੱਕ ਬੈਟਰੀ ਹੈ ਔਰ ਕੀ ਹੈ, ਦੋ ਬੱਲਬ ਲਗਾਏ ਹੈ, ਇਹ ਦੋਨੋਂ ਸੀਰੀਜ਼ 'ਚ ਲੱਗੇ ਹੋਏ ਹੈ, ਲਗਾਤਾਰ ਲੱਗੇ ਹੋਏ ਹੈ। ਠੀਕ ਹੈ, ਤਾਂ ਇਹ ਬਿਲਕੁਲ ਇੱਕ ਸਿੰਪਲ ਸਰਕਟ ਹੈ। ਬੈਟਰੀ ਤਾਂ ਇਹਦੇ ਪਲੱਸ ਅਤੇ ਮਾਈਨਸ ਟਰਮੀਨਲ 'ਚ ਜਿਹੜਾ ਵੋਲਟੇਜ ਜਾਂ ਪੋਟੈਂਸ਼ੀਅਲ ਡਿਫਰੈਂਸ ਹੋਏਗਾ ਉਹਨੂੰ ਅਸੀਂ ਕੀ ਕਹਿੰਦੇ ਹੈਗੇ ਆ, ਪੋਟੈਂਸ਼ੀਅਲ ਡਿਫਰੈਂਸ। ਆਓ ਅਸੀਂ ਸਟੱਡੀ ਕਰੀਏ। ਹੁਣ ਤੁਹਾਨੂੰ ਸਮਝ ਆ ਚੁੱਕਿਆ ਹੋਣਾ ਕਿ ਤੁਸੀਂ ਸਰਕਟ ਡਾਇਗਰਾਮ ਕਿਵੇਂ ਬਣਾਉਣੀ ਹੈਗੀ ਹੈ। ਸੈੱਲ ਦੇ ਨਾਲ ਅਸੀਂ ਐਮੀਟਰ ਜੁਆਇਨ ਕੀਤਾ ਸੀਰੀਜ਼ 'ਚ, ਔਰ ਰਜਿਸਟੈਂਸ ਲਗਾਇਆ ਸੀਰੀਜ਼ 'ਚ। ਇਹ ਸਾਰੀਆਂ ਚੀਜ਼ਾਂ ਔਰ ਰਜਿਸਟੈਂਸ ਦੇ ਪੈਰਲਲ ਅਸੀਂ ਕੀ ਲਗਾਈ ਹੈ, ਵੋਲਟੇਜ। ਤਾਂ ਤੁਸੀਂ ਕੀ ਦੇਖ ਸਕਦੇ ਹੈਗੇ ਹੋ, ਜਿਹੜੀ ਹੈਗੀ ਹੈ ਜਿੰਨਾ ਅਸੀਂ ਕਰੰਟ ਫਲੋ ਕਰਾਵਾਂਗੇ ਉਨੀ ਕੀ ਹੋਏਗੀ, ਵੋਲਟੇਜ ਹੋਏਗੀ। ਜਾਂ ਤੁਸੀਂ ਇੱਦਾਂ ਵੀ ਕਹਿ ਸਕਦੇ ਹੋ, ਮੰਨ ਲਓ ਇੱਕ ਸਰਕਟ 'ਚ ਅਸੀਂ ਇੱਕ ਸੈੱਲ ਲਗਾਇਆ ਹੈਗਾ, ਠੀਕ ਹੈ, 1.5 ਵੋਲਟੇਜ ਦਾ। ਤਾਂ ਇੱਥੇ ਰੀਡਿੰਗ ਕਿੰਨੀ ਆਏਗੀ, 1.5। ਤਾਂ ਕਰੰਟ ਵੀ ਇਹਦੇ ਅਕੋਰਡਿੰਗ ਹੀ ਜਾਏਗਾ। ਅਗਰ ਅਸੀਂ ਸੈੱਲ ਡਬਲ ਕਰ ਦਿੰਦੇ ਹਾਂ ਇੱਥੇ ਤਾਂ ਵੋਲਟੇਜ ਦੀ ਰੀਡਿੰਗ ਵੀ ਕੀ ਹੋ ਜਾਏਗੀ, ਡਬਲ ਹੋ ਜਾਏਗੀ। ਨੈਚੁਰਲੀ ਕਰੰਟ ਜਿਹੜਾ ਹੈਗਾ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਵੋਲਟੇਜ। ਤੁਸੀਂ ਦੇਖ ਸਕਦੇ ਹੋ ਜਿੰਨਾ ਕੰਮ ਕਰੋਗੇ ਤੁਸੀਂ, ਜਿੰਨਾ ਅਸੀਂ ਆਮ ਕਹਾਵਤ ਕਰਦੇ ਹਾਂ, ਜਿੰਨਾ ਗੁੜ ਪਾਵਾਂਗੇ ਉਨਾ ਮਿੱਠਾ ਹੋਊਗਾ। ਜਿੰਨੀ ਮਿਹਨਤ ਕਰਾਂਗੇ, ਠੀਕ ਹੈ, ਉਨਾ ਜਿੰਨਾ ਕਰੰਟ ਦੇਵਾਂਗੇ ਉਨੀ ਵੋਲਟੇਜ ਪ੍ਰੋਡਿਊਸ ਹੋਏਗੀ। ਠੀਕ ਹੈ, ਤਾਂ ਇੱਕ ਬੱਲਬ ਲਗਾਓ, ਉਹਦੇ ਨਾਲ ਸੈੱਲ ਲਗਾਉਂਦੇ ਹਾਂ ਤਾਂ ਉਹ ਜਲਦਾ ਹੈ। ਅਗਰ ਦੋ ਬੱਲਬ ਲਗਾਵਾਂਗੇ ਤਾਂ ਉਹ ਹੋਰ ਬਰਾਈਟ ਹੋ ਜਾਂਦਾ ਹੈਗਾ। ਤਾਂ ਇੱਦਾਂ ਕਰੰਟ ਵਧਾਉਣ ਦੇ ਨਾਲ ਵੋਲਟੇਜ ਵੀ ਵੱਧਦੀ ਹੈਗੀ ਹੈ। ਇਹ ਪ੍ਰਪੋਰਸ਼ਨੈਲਿਟੀ ਹਟਾ ਕੇ ਅਸੀਂ ਕੀ ਲਗਾਉਂਦੇ ਹੈਗੇ ਆ, ਇਕੁਅਲ ਲਗਾਵਾਂਗੇ। ਔਰ ਰਜਿਸਟੈਂਸ ਕੀ ਹੁੰਦੀ ਹੈ, ਪ੍ਰਤੀਰੋਧ। ਠੀਕ ਹੈ, ਇੱਕ ਕੌਂਸਟੈਂਟ ਕੁਆਂਟਿਟੀ ਹੈਗੀ ਆ। ਤਾਂ ਇਹ 3 ਵੈਲਿਊਜ਼ ਆ ਗਈਆਂ। ਇਹਨਾਂ ਤੋਂ ਤੁਸੀਂ ਕੀ ਕੈਲਕੂਲੇਟ ਕਰ ਸਕਦੇ ਹੋ। ਮੰਨ ਲਓ ਵੋਲਟੇਜ ਕੈਲਕੂਲੇਟ ਕਰਨੀ ਹੈ ਤਾਂ I ਕਰੰਟ ਅਤੇ ਰਜਿਸਟੈਂਸ ਦੀ ਮਲਟੀਪਲਾਈ ਕਰ ਦਾਂਗੇ। ਅਗਰ ਕਰੰਟ ਕੈਲਕੂਲੇਟ ਕਰਨਾ V ਨੂੰ ਰਜਿਸਟੈਂਸ ਨਾਲ, ਵੋਲਟੇਜ ਨੂੰ ਰਜਿਸਟੈਂਸ ਨਾਲ ਡਿਵਾਈਡ ਕਰ ਦੋਗੇ। ਇੱਦਾਂ ਤੁਸੀਂ ਨੂਮੈਰੀਕਲ ਕੱਢ ਸਕਦੇ ਹੋ। ਆਓ ਇਹਨਾਂ ਦੀਆਂ ਇੱਕ ਇੱਕ ਕਰਕੇ ਯੂਨਿਟਸ, ਸਰਕਟ ਡਾਇਗਰਾਮ ਕਿਵੇਂ ਤੁਸੀਂ ਲੈਬ 'ਚ ਸੈਟਅਪ ਕਰਨਾ ਹੈਗਾ,
ਇਸ ਨੂੰ ਅਸੀਂ ਸੈੱਲ ਲਏ ਆ, ਠੀਕ ਹੈ। ਸੈੱਲਾਂ ਦਾ ਜੋ ਸਮੂਹ ਹੈ ਉਹਨੂੰ ਕੀ ਕਹਿੰਦੇ ਆ, ਬੈਟਰੀ। ਇਹਦੇ ਵਿੱਚ ਦੇਖੋ 1.5 ਵੋਲਟ ਦੇ 4 ਸੈੱਲ ਲਾਏ ਆ, ਤਾਂ 6 ਵੋਲਟ ਹੋ ਗਈ। ਨਾਈਕਰੋਮ ਦੀ ਵਾਇਰ, ਕਿਉਂਕਿ ਜ਼ਿਆਦਾ ਇਹ ਉਹ ਲਾਏ ਹੈ, ਨਿਕਲ ਅਤੇ ਕ੍ਰੋਮੀਅਮ ਦੀ ਬਣੀ, ਜ਼ਿਆਦਾ ਗੁੱਡ ਕੰਡਕਟਰ ਹੁੰਦੀ ਹੈ। ਇਹਦੇ ਨਾਲ ਸਾਰੇ ਕਨੈਕਸ਼ਨ ਜੋੜੇ ਆ। ਯੈਲੋ ਵਾਲਾ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਕੀ ਹੈ, ਰਜਿਸਟੈਂਸ ਲਗਾਇਆ, ਔਰ ਰਜਿਸਟੈਂਸ ਦੇ ਪੈਰਲਲ ਅਸੀਂ ਕੀ ਲਾਇਆ, ਵੋਲਟ ਮੀਟਰ, ਔਰ ਸੀਰੀਜ਼ 'ਚ ਐਮੀਟਰ, ਔਰ ਆਹ ਕੀ ਹੈ, ਕੀ ਜਾਂ ਯੂ ਕੈਨ ਸੇ ਕਿ ਸਵਿੱਚ ਲਗਾਇਆ। ਤਾਂ ਇੱਦਾਂ ਤੁਸੀਂ ਇੱਕ ਐਕਸਪੈਰੀਮੈਂਟਲੀ, ਠੀਕ ਹੈ, ਲੈਬ 'ਚ ਸੈਟਅਪ ਕਰ ਸਕਦੇ ਹੋ, ਠੀਕ ਹੈ। ਸਾਰਾ ਕੁਝ ਸੈੱਲ ਜਾਂ ਬੈਟਰੀ ਕਹਿੰਦੇ ਹੋ, ਅਤੇ ਐਮੀਟਰ ਅਤੇ ਚਾਬੀ, ਠੀਕ ਹੈ। 3 ਚੀਜ਼ਾਂ ਹੈਗੀਆਂ, ਇਹਨਾਂ ਨੂੰ ਸੀਰੀਜ਼ 'ਚ ਲਗਾ ਲਓ, ਠੀਕ। ਔਰ ਵੋਲਟ ਮੀਟਰ ਨੂੰ ਰਜਿਸਟੈਂਸ ਦੇ ਪੈਰਲਲ ਲਗਾ ਦਿਓ। ਆਹ ਸਾਰਾ ਸਰਕਟ ਯੂ ਕੈਨ ਸੇ ਆ ਬੈਟਰੀ, ਰਜਿਸਟੈਂਸ, ਐਮੀਟਰ ਅਤੇ ਆਹ ਇਹ ਸਾਰੇ ਸੀਰੀਜ਼ 'ਚ ਹੈ। ਫਿਰ ਇਹਦੇ ਅਗੇਂਸਟ ਵੋਲਟ ਮੀਟਰ ਕੀ ਲੱਗਿਆ ਹੈਗਾ, ਪੈਰਲਲ ਲੱਗਿਆ ਹੋਇਆ ਹੈ। ਐਕਸਪੈਰੀਮੈਂਟਲੀ ਸਾਡੇ ਕੋਲ ਲੈਬ 'ਚ ਆਹ ਬੈਟਰੀ ਹੁੰਦੀ ਹੈ, ਬੈਟਰੀ ਐਲੀਮੀਨੇਟਰ, ਇਹਦੇ ਨਾਲ ਰਜਿਸਟੈਂਸ ਲਗਾਤਾ। ਦੇਖੋ ਰੈੱਡ ਨੂੰ ਰੈੱਡ ਨਾਲ ਜੋੜਿਆ ਹੋਇਆ, ਤਾਂ ਹੀ ਉਹ ਸੀਰੀਜ਼ 'ਚ ਲੱਗੇਗਾ। ਔਰ ਰਜਿਸਟੈਂਸ ਦਾ ਬਲੈਕ ਜਿਹੜਾ ਹੈਗਾ ਟਰਮੀਨਲ ਐਮੀਟਰ ਦੇ ਬਲੈਕ ਨਾਲ ਜੋੜਿਆ, ਠੀਕ ਹੈ। ਰੈੱਡ ਤਾਂ ਇਹ ਸਾਰਾ, ਔਰ ਇਹਦਾ ਐਮੀਟਰ ਦਾ ਬੈਟਰੀ ਦੇ ਬਲੈਕ ਨਾਲ, ਇਹ ਸਾਰਾ ਦੇਖੋ ਇੰਨਾ ਸਰਕਟ ਕੀ ਹੈ, ਸੀਰੀਜ਼ 'ਚ ਲਗਾਇਆ ਹੋਇਆ। ਔਰ ਵੋਲਟ ਮੀਟਰ ਨੂੰ ਰਜਿਸਟੈਂਸ ਦੇ ਉੱਤੇ ਪੈਰਲਲ ਤੁਸੀਂ ਲਗਾ ਸਕਦੇ ਹੋ। ਅੱਜ ਕੱਲ੍ਹ ਸਾਡੇ ਕੋਲ ਓਮ ਲਾ ਦੇ ਕੰਪਲੀਟ ਆਪਰੇਟਸ ਵੀ ਅਵੇਲੇਬਲ ਹੈਗੇ ਇਨ ਦੀ ਲੈਬ, ਠੀਕ ਹੈ। ਉਹਦੇ ਵਿੱਚ ਸਾਰਾ ਕੁਝ ਫਿੱਟ ਹੁੰਦਾ। ਰਜਿਸਟੈਂਸ ਓਮ ਲਾ ਆਪਰੇਟਸ ਕਹਿੰਦੇ ਆ ਅਸੀਂ, ਉਹਨੂੰ ਯੂਜ਼ ਕਰ ਸਕਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਇਸ ਐਨੀਮੇਸ਼ਨ ਜਾਂ ਇਸ ਵੀਡੀਓ ਰਾਹੀਂ ਕਿ ਅਗਰ ਅਸੀਂ ਰਜਿਸਟੈਂਸ, ਕਿਉਂਕਿ ਇਹ ਕੀ ਹੈ, V = IR, ਠੀਕ ਹੈ। ਇਹਨਾਂ ਦੋਨਾਂ ਦੀ ਪ੍ਰੋਡਕਟ ਹੈ। ਜੇ ਆਰ ਨੂੰ ਅਸੀਂ ਵਧਾਵਾਂਗੇ ਤਾਂ ਆਈ ਦੀ ਵੈਲਿਊ, ਕਰੰਟ ਕੀ ਹੈ, ਘਟੇਗਾ। ਪ੍ਰਤੀਰੋਧ ਨੂੰ ਵਧਾਉਣ ਦੇ ਨਾਲ ਕਰੰਟ ਕੀ ਹੈ, ਵਧੇਗਾ, ਕਿਉਂਕਿ ਦੋਨਾਂ ਦੀ ਪ੍ਰੋਡਕਟ ਕੀ ਹੈ, ਕੌਨਸਟੈਂਟ ਆਉਣੀ ਚਾਹੀਦੀ ਹੈ। ਤਾਂ ਅਸੀਂ ਇਹਨੂੰ ਇੱਕ ਐਕਸਪੈਰੀਮੈਂਟਲੀ ਸ਼ੋ ਕਰ ਰਹੇ ਹੈਗੇ ਆ। ਦੇਖੋ ਰਜਿਸਟੈਂਸ ਘਟਾਉਣ ਦੇ ਨਾਲ ਕਰੰਟ ਕੀ ਹੈ, ਘਟਦਾ। ਵੋਲਟੇਜ ਵਧਾਓਗੇ ਤਾਂ ਦੋਨੋਂ IR ਵੀ ਤੁਹਾਡੀ ਉਹਨਾਂ ਦੀ ਪ੍ਰੋਡਕਟ ਕੀ ਹੈ, ਵਧੇਗੀ। ਇਸ ਤਰ੍ਹਾਂ ਤੁਸੀਂ ਵਿਦ ਦੀ ਐਨੀਮੇਸ਼ਨ ਯੂ ਕੈਨ ਸੀ, ਠੀਕ ਆ। ਇਹ ਦੇਖੋ ਰਜਿਸਟੈਂਸ ਵਧਾਉਣ ਨਾਲ ਕਰੰਟ ਦੀ ਵੈਲਿਊ ਕੀ ਹੈ, ਘਟ ਰਹੀ ਹੈ। ਅਸੀਂ ਇੱਕ ਸੈੱਲ ਲੈ ਲਿਆ ਜਾਂ 2 ਲੈ ਲਏ, ਠੀਕ ਆ। ਤਾਂ ਇੱਦਾਂ ਤੁਸੀਂ ਇਹਨੂੰ ਦੇਖ ਸਕਦੇ ਹੋ। ਪ੍ਰਤੀਰੋਧ ਕੀ ਹੁੰਦਾ, ਰਜਿਸਟੈਂਸ ਜਿਹੜਾ ਕਿ ਕਰੰਟ ਹੈ, ਠੀਕ ਹੈ, ਫਲੋ ਕਰ ਰਿਹਾ, ਫਲੋ ਆਫ ਇਲੈਕਟ੍ਰੋਨ, ਉਹਦੇ ਅਗੇਂਸਟ ਕਿ ਫਲੋ ਕਰਨ ਨੂੰ ਰੋਕਦਾ ਹੈਗਾ, ਅੱਗੇ ਵੈਨ ਨੂੰ ਰੋਕਦਾ ਹੈਗਾ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਪ੍ਰਤੀਰੋਧ। ਹਰ ਇੱਕ ਤਾਰ ਦਾ ਜਾਂ ਹਰ ਇੱਕ ਧਾਤ ਦਾ ਆਪਣਾ, ਮੈਟਲ ਦਾ ਆਪਣਾ ਪ੍ਰਤੀਰੋਧ ਹੁੰਦਾ ਹੈ, ਕਿਉਂਕਿ ਕਰੰਟ ਕੀ ਹੈ, ਫਲੋ ਆਫ ਇਲੈਕਟ੍ਰੋਨ। ਤਾਂ ਇੱਕ ਮੈਟਲ ਦੇ ਵਿੱਚ ਉਹਦੀ ਨੇਚਰ ਕਹਿ ਲਓ, ਜਾਂ ਡਿਊ ਟੂ ਟੈਂਪਰੇਚਰ, ਪ੍ਰੈਸ਼ਰ, ਤਾਂ ਉਹ ਇਲੈਕਟ੍ਰੋਨਸ ਅੱਗੇ ਨਹੀਂ ਜਾਣਗੇ, ਠੀਕ ਹੈ। ਤਾਂ ਉਸ ਨੂੰ ਮਤਲਬ ਇਨਅਬਿਲਿਟੀ ਟੂ ਫਲੋ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਰਜਿਸਟੈਂਸ ਜਾਂ ਪ੍ਰਤੀਰੋਧ। ਆਓ ਅਸੀਂ ਇਹਨਾਂ ਦੀਆਂ ਯੂਨਿਟਸ ਕਰੀਏ। ਵੋਲਟੇਜ ਨੂੰ ਅਸੀਂ ਵੋਲਟ ਨਾਲ ਹੀ ਲਿਖਦੇ ਹਾਂ, ਇਹਦੀ ਇਕਾਈ। ਕਰੰਟ ਦੀ ਐਂਪੀਅਰ, ਠੀਕ, ਕਿਉਂਕਿ ਐਂਪੀਅਰ ਨੇ ਦਿੱਤੀ ਸੀ। ਰਜਿਸਟੈਂਸ ਦੀ ਸਾਈਮਨ ਓਮ ਦੇ ਨਾਮ 'ਤੇ ਇਹਦੀ ਯੂਨਿਟਸ ਕੀ ਹੁੰਦੀ ਆ, ਓਮ, ਠੀਕ ਹੈ। ਇਹਨੂੰ ਐਂਪੀਅਰ ਨਾਲ ਲਿਖਦੇ ਹਾਂ। ਵੋਲਟੇਜ, ਔਰ ਤੁਹਾਨੂੰ ਜਿੱਥੇ ਵੀ ਕਨਵਰਸ਼ਨਸ ਕਰਨੀਆਂ ਹੋਣਗੀਆਂ, ਜਿਵੇਂ 1 ਐਂਪੀਅਰ 'ਚ ਕਿੰਨੇ ਮਿਲੀ ਐਂਪੀਅਰ ਹੁੰਦੇ ਆ, ਠੀਕ ਹੈ, ਉਹ ਜੋ ਮੈਥਮੈਟੀਕਲ ਕੈਲਕੂਲੇਸ਼ਨਸ ਹੈਗੇ ਆ, ਜਾਂ 1 ਕਿਲੋ ਓਮ 'ਚ 1000 ਓਮ ਹੁੰਦੇ ਹੈਗੇ ਆ। ਤਾਂ ਇਹ ਜਿਹੜੀ ਰਜਿਸਟੈਂਸ ਹੈ, ਉਹ ਤਾਰ ਦੀ ਰਜਿਸਟਿਵਿਟੀ 'ਤੇ ਡਿਪੈਂਡ ਕਰਦੀ ਹੈਗੀ ਆ, ਲੈਂਥ 'ਤੇ ਏਰੀਆ 'ਤੇ। ਜੇ ਲੈਂਥ ਜ਼ਿਆਦਾ ਹੋਏਗੀ, ਦਿਸ ਇਜ਼ ਅਨਦਰ ਟੋਪਿਕ। ਇਹ ਰਜਿਸਟੈਂਸ ਕਿਤੇ ਡਿਪੈਂਡ ਕਰਦੀ ਹੈਗੀ ਹੈ, ਕਿਹੜੇ ਫੈਕਟਰਸ 'ਤੇ, ਸੀਰੀਜ਼ 'ਤੇ ਪੈਰਲਲ। ਇਹ ਅਸੀਂ ਇੱਕ ਅਲੱਗ ਟੋਪਿਕ ਦੀ ਅਲੱਗ ਵੀਡੀਓ ਬਣਾ ਕੇ ਰਿਪਰਜੈਂਟ ਕਰਾਂਗੇ। ਪਰ ਇੱਥੇ ਥੋੜ੍ਹਾ ਜਿਹਾ ਤੁਸੀਂ ਦੇਖ ਸਕਦੇ ਹੋ, ਜਿਹੜੀ ਰਜਿਸਟੈਂਸ ਹੈਗੀ ਹੈ, ਪ੍ਰਤੀਰੋਧ, ਉਹ ਰਜਿਸਟਿਵਿਟੀ 'ਤੇ ਡਿਪੈਂਡ ਕਰਦੀ ਹੈ। ਰਜਿਸਟੈਂਸ, ਠੀਕ ਹੈ, ਘਟਾਉਣ ਨਾਲ ਰਜਿਸਟਿਵਿਟੀ ਵੀ ਘਟ ਰਹੀ ਹੈਗੀ ਹੈ, ਪ੍ਰਤੀਰੋਧਕਤਾ ਵੀ ਘਟ ਰਹੀ ਹੈਗੀ ਹੈ। ਮੀਨਜ਼ ਰਜਿਸਟੈਂਸ, ਪ੍ਰਤੀਰੋਧ ਜਿਹੜਾ ਹੈਗਾ, ਡਾਇਰੈਕਟਲੀ ਪ੍ਰਪੋਰਸ਼ਨਲ ਟੂ ਰਜਿਸਟਿਵਿਟੀ, ਪ੍ਰਤੀਰੋਧਤਾ ਦੇ ਸਿੱਧਾ ਅਨੁਪਾਤੀ ਹੈ। ਬਾਕੀ ਲੈਂਥ, ਏਰੀਆ, ਪੈਰਲਲ ਔਰ ਸੀਰੀਜ਼, ਦਿਸ ਟੋਪਿਕ ਵਿਲ ਬੀ ਡੀਲ ਵਿਦ ਡਿਫਰੈਂਟ ਇਨ ਡਿਫਰੈਂਟ ਵੀਡੀਓਜ਼। ਤਾਂ ਜੋਰਜ ਸਾਈਮਨ, ਜੋ ਕਿ ਇੱਕ ਜਰਮਨ ਸੀਗਾ ਫਿਜ਼ਿਕਸ ਦਾ, ਠੀਕ ਹੈ। ਤਾਂ ਇਹਨੇ ਕੀ ਕਿਹਾ, ਉਹ ਸਾਈਮਨ ਓਮ ਨੇ ਕੀ ਕਿਹਾ ਕਿ ਕਰੰਟ ਜਿਹੜਾ ਹੈਗਾ,
ਕਿਸੇ ਵੀ ਤਾਰ 'ਚੋਂ ਫਲੋ ਕਰ ਰਿਹਾ ਹੈ ਤਾਂ ਉਹ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ, ਵੋਲਟੇਜ ਦਾ ਟੈਂਪਰੇਚਰ ਅਤੇ ਪ੍ਰੈਸ਼ਰ ਜੋ ਮਕੈਨੀਕਲ ਸਟੇਟ ਹੈ ਉਹਨੂੰ ਟੈਂਪਰੇਚਰ ਨੂੰ ਕੀ ਰੱਖਣਾ ਪਏਗਾ, ਇੱਕ ਕੌਨਸਟੈਂਟ ਟੈਂਪਰੇਚਰ ਦੇ ਉੱਤੇ ਕਰੰਟ ਸਿੱਧਾ ਅਨੁਪਾਤੀ ਹੈ ਪੋਟੈਂਸ਼ੀਅਲ ਅੰਤਰ ਦੇ, ਪੋਟੈਂਸ਼ੀਅਲ ਡਿਫਰੈਂਸ ਦੇ ਕਰੰਟ ਕੀ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਹੈ। ਇਹ ਸਾਈਮਨ ਓਮ ਨੇ ਕਿਹਾ, ਯੂਨਿਟਸ ਉਹਨੂੰ ਦੱਸਦੀਆਂ। ਇਹ ਵੀ ਬੇਟਾ ਇਹ ਵਰਕਿੰਗ ਸੀਗੀ ਵੀਡੀਓ ਪਰ ਇੱਥੇ ਚੱਲੀ ਨਹੀਂ ਹੈਗੀ। ਤਾਂ ਇੱਕ ਵਾਇਰ ਹੈ, ਵਾਇਰ 'ਚੋਂ ਕਰੰਟ ਫਲੋ ਕਰ ਰਿਹਾ ਇਲੈਕਟ੍ਰੋਨ, ਠੀਕ ਹੈ, ਵਿੱਚ ਰਜਿਸਟੈਂਸ ਆ ਗਈ ਪ੍ਰਤੀਰੋਧਕਤਾ, ਤਾਂ ਉੱਥੇ ਇਹਦੀ ਸਪੀਡ ਕੀ ਹੈ ਘਟ ਜਾਏਗੀ, ਫਲੋ ਆਫ ਇਲੈਕਟ੍ਰੋਨ। ਤਾਂ ਰਜਿਸਟੈਂਸ ਕੀ ਹੈ ਕਰੰਟ ਦੇ ਫਲੋ ਨੂੰ ਰੋਕਦਾ ਹੈਗਾ ਇਨਐਬਿਲਿਟੀ। ਇਹ ਅਸੀਂ ਪੈਰਲਲ ਲਗਾਇਆ, ਪੈਰਲਲ 'ਚ ਕਰੰਟ ਕੀ ਹੈ ਜਿੰਨੀ ਰਜਿਸਟੈਂਸ ਹੋਏਗੀ ਉਹਦੇ ਅਕੋਰਡਿੰਗ ਡਿਵਾਈਡ ਹੋ ਜਾਂਦਾ, ਠੀਕ ਹੈ। ਤਾਂ ਰੋਧ ਜਿੰਨਾ ਲੱਗਿਆ ਹੋਏਗਾ ਤਾਂ ਇੱਥੇ ਕੀ ਹੈ ਕਰੰਟ ਕੀ ਹੈ ਡਿਵਾਈਡ ਹੋ ਜਾਂਦਾ ਜਦੋਂ ਸਾਡਾ ਸਮਾਨਾਂਤਰ ਬਿਜਲੀ ਸਰਕਟ ਲੱਗਿਆ ਹੁੰਦਾ, ਇੱਕ ਤੋਂ ਵੱਧ ਰਜਿਸਟੈਂਸ ਜ਼ਿਆਦਾ ਲੱਗਿਆ ਹੋਣ। ਓਮ ਲਾ ਕੀ ਕਹਿ ਰਿਹਾ, ਜਿਹੜਾ ਹੈਗਾ ਕਰੰਟ ਪੋਟੈਂਸ਼ੀਅਲ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਇਕੁਅਲ ਲਗਾਇਆ, ਆਰ ਕੀ ਹੈ ਕੌਨਸਟੈਂਟ, ਵੀ ਵੋਲਟੇਜ ਦੀ ਯੂਨਿਟ ਕੀ ਹੋਏਗੀ ਵੋਲਟ, ਕਰੰਟ ਨੂੰ ਐਂਪੀਅਰ ਨਾਲ ਮਾਪਦੇ ਹਾਂ, ਇਕਾਈਆਂ ਇਹਦੀਆਂ ਯੂਨਿਟਸ ਰਜਿਸਟੈਂਸ ਦੀਆਂ ਓਮ ਹੋਏਗੀ। ਇੱਕ ਐਗਜ਼ਾਮਪਲ ਲੈਂਦੇ ਹੈਗੇ ਆ ਜਿਸ ਤਰ੍ਹਾਂ ਇਸ ਨੂਮੈਰੀਕਲ 'ਚ ਦਿਖਾਇਆ, ਇੱਥੋਂ ਹੀ ਦੇਖੋ, ਠੀਕ ਹੈ। ਇਹ ਕੀ ਦਿੱਤਾ ਐਂਪੀਅਰ, ਐਂਪੀਅਰ ਹੈ ਨਾ, ਤਾਂ 0.3 ਐਂਪੀਅਰ ਕਰੰਟ, ਰਜਿਸਟੈਂਸ ਓਮ ਦੀ ਨਿਸ਼ਾਨੀ ਲੱਗੀ ਹੈ ਨਾਲ, ਠੀਕ ਹੈ। ਤਾਂ ਅਸੀਂ ਕੀ ਕਰਨਾ, ਵੀ ਇਕੁਅਲ ਟੂ ਆਈ ਆਰ ਮਲਟੀਪਲਾਈ ਹੋ ਜਾਊਗਾ ਕਰੰਟ ਅਤੇ ਰਜਿਸਟੈਂਸ ਦਾ, ਤਾਂ ਇਹ ਕੀ ਆ ਗਿਆ 30 ਵੋਲਟ ਆ ਗਿਆ, ਠੀਕ ਆ ਆਨਸਰ। ਅਗਰ ਅਸੀਂ ਇਹਦਾ ਗ੍ਰਾਫ ਪਲੋਟ ਕਰਦੇ ਹੈਗੇ ਆ, ਗ੍ਰਾਫ ਇੱਧਰ ਵੀ ਲਿਆ ਹੈਗਾ ਵੋਲਟੇਜ ਅਤੇ ਕਰੰਟ ਦੇ ਅਗੇਂਸਟ ਗ੍ਰਾਫ ਪਲੋਟ ਕਰਦੇ ਹੈਗੇ, ਇਟ ਵਿਲ ਕਮ ਦੀ ਸਟੇਟ ਲਾਈਨ ਫਰੋਮ ਦੀ ਸਲੋਪ ਯੂ ਕੈਨ ਕੈਲਕੂਲੇਟ। ਇੱਥੇ ਆ V1 V2, ਇਹ I1 ਅਤੇ I2 ਆ ਜਾਊਗਾ ਕਰੰਟ, ਇਹਨਾਂ ਦਾ ਡਿਫਰੈਂਸ ਲਵਾਂਗੇ ਉਹ ਕੀ ਆ ਜਾਊਗਾ ਸਾਡਾ ਕੀ ਸੀ V ਇਕੁਅਲ ਟੂ ਆਈ ਆਰ, ਤਾਂ I ਨੀਚੇ ਆ ਜਾਏਗੀ, ਦੁਬਾਰਾ ਲਿਖਦੇ ਹਾਂ ਅਸੀਂ, ਦੇਖੋ ਇਹ ਸੀ ਨਾ ਆਈ ਆਰ, ਅਸੀਂ ਕੀ ਕੱਢਣਾ ਰਜਿਸਟੈਂਸ, ਤਾਂ ਡੈਲਟਾ V ਅਪੋਨ ਡੈਲਟਾ I, ਤਾਂ ਇਹ ਕੀ ਆ ਜਾਊਗਾ V2 ਮਾਈਨਸ V1 ਅਪੋਨ I2 ਮਾਈਨਸ I1। ਇੱਦਾਂ ਤੁਸੀਂ ਓਮਸ 'ਚ ਰਜਿਸਟੈਂਸ ਕੱਢ ਸਕਦੇ ਹੋ। ਔਰ ਇਹਨੂੰ ਅਗਰ ਕਿਲੋ ਓਮ ਹੈ, 1 ਕਿਲੋ ਓਮ ਕਿੰਨੇ ਦੇ ਬਰਾਬਰ ਹੁੰਦਾ 1000 ਓਮ ਦੇ, ਇੱਦਾਂ ਜੋ ਮੈਥੇਮੈਟੀਕਲ ਮਿਲੀ ਓਮ, ਮਿਲੀ ਐਂਪੀਅਰ, ਠੀਕ ਹੈ। ਇੱਦਾਂ ਦੇ ਸਵਾਲ ਤੁਹਾਨੂੰ ਵਿਦ ਕਨਵਰਸ਼ਨਸ ਆਉਣਗੇ, ਉੱਥੇ ਤੁਸੀਂ ਯੂਨਿਟਸ SI ਸਿਸਟਮ 'ਚ ਹੀ ਯੂਜ਼ ਕਰਨੀਆਂ ਹੈਗੀਆਂ। ਤਾਂ ਇਹ ਗ੍ਰਾਫ ਜੋ ਹੌਰੀਜ਼ੌਂਟਲ ਲਾਈਨ ਹੈ ਉਹ ਵੋਲਟੇਜ ਨੂੰ ਪੋਟੈਂਸ਼ੀਅਲ ਅੰਤਰ ਨੂੰ ਦੱਸਦੀ ਹੈ, ਔਰ ਵਰਟੀਕਲ ਲਾਈਨ ਕਰੰਟ ਨੂੰ, ਔਰ ਇਸ ਦੀ ਸਲੋਪ ਤੋਂ ਤੁਸੀਂ ਰਜਿਸਟੈਂਸ ਕੱਢ ਸਕਦੇ ਹੋ। ਤੁਹਾਡੇ ਅਭਿਆਸ ਦੇ ਵਿੱਚ ਤੁਹਾਨੂੰ ਗ੍ਰਾਫ ਪਲੋਟ ਕਰਨਾ ਅਤੇ ਇੱਦਾਂ ਦੇ ਕੁਐਸਚਨਸ ਹੈਗੇ ਆ। ਅਗੇਨ ਆਈ ਥਿੰਕ ਦਿਸ ਰਿਪੀਟਡ ਨੂਮੈਰੀਕਲ, ਤਾਂ ਅਸੀਂ ਕੁਝ ਕੁ ਨੂਮੈਰੀਕਲ ਕੱਢਦੇ ਹੈਗੇ ਆ ਸਵਾਲ। V ਇਕੁਅਲ ਟੂ ਆਈ ਆਰ, ਇਹਨਾਂ ਨੂੰ ਰੀਅਰੇਂਜ ਕਰਕੇ ਕਰੰਟ ਕੱਢ ਸਕਦੇ ਹਾਂ। ਸਾਨੂੰ ਵੋਲਟੇਜ ਦਿੱਤੀ ਹੈ ਔਰ ਰਜਿਸਟੈਂਸ ਦਿੱਤੀ ਹੈ, ਡਿਵਾਈਡ ਕਰੋਗੇ ਤਾਂ 0.5 ਐਂਪੀਅਰ ਯੂਨਿਟ ਜ਼ਰੂਰ ਲਿਖਣੀਆਂ ਹੁੰਦੀਆਂ, ਠੀਕ ਹੈ। ਅਗਲਾ ਨੂਮੈਰੀਕਲ ਹੈਗਾ, ਇੱਕ ਸਰਕਟ ਹੈ ਜਿਹਦੇ ਵਿੱਚੋਂ 3 ਐਂਪੀਅਰ ਕਰੰਟ ਫਲੋ ਹੋ ਰਿਹਾ ਅਤੇ ਬੈਟਰੀ ਕਿੰਨੇ ਦੀ ਲਗਾਈ ਹੈ 6 ਵੋਲਟੇਜ ਦੀ, ਇਸ ਦੇ ਅਕਰੋਸ ਰਜਿਸਟੈਂਸ 3 ਕੁਆਂਟੀਟੀਜ਼ ਹੈਗੀਆਂ, ਵੀ ਵੋਲਟੇਜ ਇਕੁਅਲ ਟੂ ਕਰੰਟ ਇਨਟੂ ਰਜਿਸਟੈਂਸ। ਤਾਂ ਜੋ ਵੀ ਕੱਢਣਾ, ਠੀਕ ਹੈ, ਰੀਅਰੇਂਜ ਕਰਕੇ ਤੁਸੀਂ ਜਿਵੇਂ ਇਹ ਡਿਵਾਈਡ ਹੋ ਜਾਊਗਾ ਕਰੰਟ V ਅਪੋਨ I, ਤਾਂ ਵੋਲਟੇਜ ਕਿੰਨੀ ਹੈ 6 ਵੋਲਟ, 2 ਓਮ ਕੀ ਆ ਗਿਆ ਰਜਿਸਟੈਂਸ। ਇੱਥੇ ਅਗਲਾ ਨੂਮੈਰੀਕਲ ਹੈ ਕਰੰਟ 10 ਐਂਪੀਅਰ, ਵੋਲਟੇਜ 100, ਤਾਂ R ਕੱਢ ਸਕਦੇ ਹੋ, ਠੀਕ ਹੈ। ਤਿੰਨਾਂ ਨੂੰ ਰੀਅਰੇਂਜ ਕਰਕੇ ਆਈ ਵਿਲ ਰਾਈਟ ਜੋ ਵੀ ਕੱਢਣਾ, ਵੋਲਟੇਜ ਕੱਢਣੀ ਹੈ ਤਾਂ ਫਾਰਮੂਲਾ ਲੱਗ ਜੂਗਾ, ਕਰੰਟ ਕੱਢਣਾ ਤਾਂ R ਨੀਚੇ ਆ ਜੂਗੀ I, ਠੀਕ ਹੈ। ਜੋ ਵੀ ਕੱਢਣਾ ਮਲਟੀਪਲਾਈ ਜਾਂ ਡਿਵਾਈਡ ਕਰਕੇ ਤੁਸੀਂ ਕਰ ਸਕਦੇ ਹੈਗੇ ਹੋ। ਇਹਦੀਆਂ ਐਪਲੀਕੇਸ਼ਨਸ ਕੀ ਹੈਗੀਆਂ ਓਮ ਲਾ ਦੀਆਂ, ਓਮ ਲਾ ਨੂੰ ਪਾਵਰ ਸਪਲਾਈ ਕਰਨ ਲਈ, ਠੀਕ ਹੈ, ਜਿੱਥੇ ਵੀ ਪਾਵਰ ਸਪਲਾਈ ਟੂ ਹੀਟਰ ਉੱਥੇ ਇਹਦੀ ਯੂਜ਼ ਹੁੰਦੀ ਹੈ ਵੀ ਕਿੰਨੇ ਰਜਿਸਟੈਂਸ ਵਾਲੀ ਵਾਇਰ ਲਗਾਉਣੀ ਹੈ ਅਤੇ ਕਿੰਨਾ ਕਰੰਟ ਜਾਣਾ ਚਾਹੀਦਾ। ਅਸੀਂ ਫਿਊਜ਼ ਲਗਾਉਂਦੇ ਹਾਂ, ਫਿਊਜ਼ 'ਚ ਜ਼ਿਆਦਾ ਰਜਿਸਟੈਂਸ ਲਗਾਉਂਦੇ ਹਾਂ, ਠੀਕ ਹੈ, ਤਾਂ ਕਿ ਘੱਟ ਕਰੰਟ ਜਾਵੇ ਅਤੇ ਸਾਡੇ ਇਲੈਕਟ੍ਰੀਕਲ ਅਪਲਾਇੰਸਿਸ ਬਚ ਜਾਣ। ਇਲੈਕਟ੍ਰੋਨਿਕ ਡਿਵਾਈਸਿਸ ਨੂੰ ਡਿਜ਼ਾਈਨ ਕਰਨ ਲਈ ਸਾਰੇ ਤੁਹਾਡੇ ਘੜੀਆਂ, ਕੈਲਕੂਲੇਟਰ, ਇਹਨਾਂ ਦੇ ਵਿੱਚ ਛੋਟੇ ਛੋਟੇ ਰਜਿਸਟੈਂਸ ਪ੍ਰਤੀਰੋਧ ਲੱਗੇ ਹੁੰਦੇ ਆ।
ਔਰ ਇਲੈਕਟ੍ਰੋਨਿਕਸ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਅਲੱਗ-ਅਲੱਗ ਸਾਈਜ਼ ਦੇ। ਔਰ ਫੈਨ ਦੀ ਸਪੀਡ ਰੈਗੂਲੇਟ ਕਰਨ ਲਈ ਵੀ ਇਹਨੂੰ ਯੂਜ਼ ਕੀਤਾ ਜਾਂਦਾ। ਲੈਟਸ ਡੂ ਸਮ ਕਿਊਜ਼ ਨੂਮੈਰੀਕਲਸ। ਤੁਸੀਂ ਅਗਰ ਨਾ ਪਤਾ ਹੋਵੇ ਨਾ ਇੱਥੋਂ ਯੂਨਿਟਸ ਦੇਖੋ, ਆ 330 ਕੀ ਦਿੱਤਾ ਹੋਇਆ ਰਜਿਸਟੈਂਸ, ਇਹ ਮਿਲੀ ਐਂਪੀਅਰ ਹੈ ਬੇਟਾ। ਇਹਨੂੰ ਹੁਣ ਚੇਂਜ ਕਰੋਗੇ, ਆਈ ਥਿੰਕ ਐਂਪੀਅਰ, 1 ਐਂਪੀਅਰ ਜਿਹੜਾ ਹੈਗਾ 10⁻³ ਮਿਲੀ ਐਂਪੀਅਰ। ਤਾਂ ਸੇਮ ਸਿਸਟਮ 'ਚ ਹੋਣੀਆਂ ਚਾਹੀਦੀਆਂ ਇਹਦੇ ਨਾਲ ਇਹਦੇ ਨਾਲ ਕੀ ਲੱਗਣਾ ਚਾਹੀਦਾ ਐਂਪੀਅਰ। ਤਾਂ ਇੱਥੇ ਮੇਨ ਪੁਆਇੰਟ ਹੈਗਾ ਇਹਨੂੰ ਚੇਂਜ ਕਰਨਾ, ਮਿਲੀ ਐਂਪੀਅਰ ਨੂੰ ਐਂਪੀਅਰ, ਫਿਰ V=IR। ਇਹ ਤੁਹਾਡੀ ਪ੍ਰੈਕਟਿਸ ਲਈ ਹੈਗੇ ਆ, ਯੂ ਵਿਲ ਡੂ। ਬਸ ਇੱਕ ਕਲਿਊ ਸੀਗਾ ਜਿਹੜਾ ਦੇਤਾ। ਫਿਰ ਸ਼ਾਇਦ ਸੇਮ ਕੁਐਸਚਨ ਹੈਗਾ, ਠੀਕ ਹੈ। ਮਿਲੀ ਐਂਪੀਅਰ ਨੂੰ ਚੇਂਜ ਕਰੋਗੇ। ਥੈਂਕ ਯੂ ਫॉर वाचिंग दी वीडियो। एक बिल्कुल सिंपल सर्किट डायग्राम है, इस वोल्ट मीटर नहीं लगाया हुआ, बैटरी, रजिस्टेंस, स्विच एंड बल्ब। थैंक यू फॉर वाचिंग दी वीडियो। आवर नेक्स्ट टॉपिक विल बी ऑन विच फैक्टर दी रजिस्टेंस डिपेंड्स, ठीक है, लेंथ ते एरिया, पैरलल ते सीरीज़, क्योंकि उन्होंने न्यूमेरिकल भी है, फिर ज़्यादा लॉन्ग हो जाता लेक्चर। and this is for the Khan Academy in collaboration with Shri Davinder Singh Chahal from Banood block. I'm Monica Mehta, Science Misters, GSS Logan. Thank you for watching the video.